ਹੈਲੋ ਦੋਸਤੋ, ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ETT ਪੇਪਰ 2 'ਤੇ। ਅੱਜ ਮੈਂ ਤੁਹਾਡੇ ਲਈ ETT ਪੇਪਰ ਸੈਕਿੰਡ ਦੇ ਪੰਜਾਬੀ ਵਿਸ਼ੇ ਦੇ ਟੌਪਿਕ ਧੁਨੀ ਬੋਧ ਦਾ ਭਾਗ ਦੂਜਾ ਲੈ ਕੇ ਹਾਜ਼ਰ ਹੋਇਆ ਹਾਂ। ਇਸ ਵੀਡੀਓ ਵਿੱਚ ਅਸੀਂ ਬਹੁਤ ਮਹੱਤਵਪੂਰਨ ਪ੍ਰਸ਼ਨ ਡਿਸਕਸ ਕਰਾਂਗੇ। ETT ਪੇਪਰ 2 ਨਾਲ ਸੰਬੰਧਿਤ ਹੋਰ ਵੀਡੀਓਜ਼ ਦੇਖਣ ਲਈ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਆਪਾਂ ਪ੍ਰਸ਼ਨ ਨੰਬਰ 31 ਤੋਂ ਸ਼ੁਰੂ ਕਰਦੇ ਹਾਂ। ਦੁੱਤ ਅੱਖਰ ਕਿਸ ਨੂੰ ਕਿਹਾ ਜਾਂਦਾ ਹੈ? ਆਪਸ਼ਨਸ ਹਨ: ਸ਼ਬਦਾਂ ਦੇ ਮੇਲ ਤੋਂ ਬਣੇ ਵਾਕ, ਅੱਖਰਾਂ ਦੇ ਮੇਲ ਤੋਂ ਬਣੇ ਸ਼ਬਦ, ਦੋ ਅੱਖਰਾਂ ਦੇ ਮੇਲ ਤੋਂ ਬਣੇ ਅੱਖਰ, ਉਪਰੋਕਤ ਵਿੱਚੋਂ ਕੋਈ ਨਹੀਂ। ਇਸ ਦਾ ਸਹੀ ਉੱਤਰ ਹੈ ਆਪਸ਼ਨ ਸੀ, ਦੋ ਅੱਖਰਾਂ ਦੇ ਮੇਲ ਤੋਂ ਬਣੇ ਅੱਖਰ। ਦੁੱਤ ਅੱਖਰ ਕਿਸ ਨੂੰ ਕਿਹਾ ਜਾਂਦਾ ਹੈ? ਜੋ ਅੱਖਰ ਦੋ ਅੱਖਰਾਂ ਦੇ ਮੇਲ ਤੋਂ ਬਣੇ ਅੱਖਰ ਹੁੰਦੇ ਹਨ। ਅਗਲਾ ਪ੍ਰਸ਼ਨ ਨੰਬਰ 32, ਹੇਠ ਲਿਖਿਆਂ ਵਿੱਚੋਂ ਕਿਹੜੇ ਅੱਖਰ ਪੈਰ ਵਿੱਚ ਅੱਧੇ ਲਿਖੇ ਜਾਂਦੇ ਹਨ? ਵਿਅੰਜਨ, ਸਵਰ, ਅਨੁਨਾਸਿਕ ਅੱਖਰ, ਦੁੱਤ ਅੱਖਰ। ਇਸ ਦਾ ਸਹੀ ਉੱਤਰ ਹੈ ਆਪਸ਼ਨ ਡੀ, ਦੁੱਤ ਅੱਖਰ। ਹੇਠ ਲਿਖਿਆਂ ਵਿੱਚੋਂ ਕਿਹੜੇ ਅੱਖਰ ਪੈਰ ਵਿੱਚ ਅੱਧੇ ਲਿਖੇ ਜਾਂਦੇ ਹਨ? ਉਹ ਹਨ ਦੁੱਤ ਅੱਖਰ। ਅਗਲਾ ਪ੍ਰਸ਼ਨ, ਪੰਜਾਬੀ ਵਰਨਮਾਲਾ ਵਿੱਚ ਦੁੱਤ ਅੱਖਰਾਂ ਦੀ ਗਿਣਤੀ ਕਿੰਨੀ ਹੈ? 3, 2, 4, ਉਪਰੋਕਤ ਵਿੱਚੋਂ ਕੋਈ ਨਹੀਂ। ਇਸ ਦਾ ਸਹੀ ਉੱਤਰ ਹੈ ਆਪਸ਼ਨ ਏ, 3। ਪੰਜਾਬੀ ਵਰਨਮਾਲਾ ਵਿੱਚ ਦੁੱਤ ਅੱਖਰਾਂ ਦੀ ਕੁੱਲ ਗਿਣਤੀ 3 ਹੈ। ਅਗਲਾ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਦੁੱਤ ਅੱਖਰ ਕਿਹੜੇ ਹਨ? ਊੜਾ, ਆੜਾ, ਈੜੀ, ਹਾਹਾ, ਰਾਰਾ, ਵਾਵਾ, ਹਾਹਾ, ਡਾੜਾ, ਨੰਨਾ, ਉਪਰੋਕਤ ਸਾਰੇ। ਇਸ ਦਾ ਸਹੀ ਉੱਤਰ ਹੈ ਆਪਸ਼ਨ ਬੀ, ਹਾਹਾ, ਰਾਰਾ, ਵਾਵਾ। ਇਹ ਜਿਹੜੇ ਤਿੰਨੋਂ ਅੱਖਰ ਹਨ, ਇਹਨਾਂ ਨੂੰ ਦੁੱਤ ਅੱਖਰ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ, ਕਿਹੜੇ ਅੱਖਰ ਕਿਸੇ ਅੱਖਰ ਦੀ ਦੋਹਰੀ ਆਵਾਜ਼ ਨੂੰ ਪ੍ਰਗਟ ਕਰਦੇ ਹਨ? ਆਪਸ਼ਨਸ ਹਨ ਵਿਅੰਜਨ, ਸਵਰ, ਦੁੱਤ ਅੱਖਰ, ਉਪਰੋਕਤ ਵਿੱਚੋਂ ਕੋਈ ਨਹੀਂ। ਇਸ ਦਾ ਸਹੀ ਉੱਤਰ ਹੈ ਆਪਸ਼ਨ ਸੀ, ਦੁੱਤ ਅੱਖਰ। ਦੁੱਤ ਅੱਖਰ ਕਿਸੇ ਅੱਖਰ ਦੀ ਦੋਹਰੀ ਆਵਾਜ਼ ਨੂੰ ਪ੍ਰਗਟ ਕਰਦੇ ਹਨ। ਜਿਵੇਂ ਪ੍ਰਸ਼ਨ ਵਿੱਚ ਪੱਪੇ ਦੇ ਪੈਰ 'ਚ ਰਾਰਾ ਹੁੰਦਾ ਹੈ, ਇਹ ਦੋਹਰੀ ਆਵਾਜ਼ ਨੂੰ ਪ੍ਰਗਟ ਕਰਦਾ ਹੈ। ਅਗਲਾ ਪ੍ਰਸ਼ਨ, ਧੁਨੀ ਦੀਆਂ ਕਿੰਨੀਆਂ ਕਿਸਮਾਂ ਹਨ? ਆਪਸ਼ਨਸ ਹਨ 1, 3, 5, 2। ਇਸ ਦਾ ਸਹੀ ਉੱਤਰ ਹੈ ਆਪਸ਼ਨ ਡੀ, 2। ਧੁਨੀ ਦੀਆਂ ਦੋ ਕਿਸਮਾਂ ਹਨ, ਖੰਡੀ ਧੁਨੀਆਂ ਅਤੇ ਅਖੰਡੀ ਧੁਨੀਆਂ। ਅਗਲਾ ਪ੍ਰਸ਼ਨ, ਸਵਰ ਅਤੇ ਵਿਅੰਜਨ ਕਿਸ ਕਿਸਮ ਦੀਆਂ ਧੁਨੀਆਂ ਹਨ? ਆਪਸ਼ਨਸ ਹਨ ਖੰਡੀ ਧੁਨੀਆਂ, ਅਖੰਡੀ ਧੁਨੀਆਂ, ਉਪਰੋਕਤ ਦੋਵੇਂ, ਜਾਂ ਫਿਰ ਕੋਈ ਨਹੀਂ। ਇਸ ਦਾ ਸਹੀ ਉੱਤਰ ਹੈ ਖੰਡੀ ਧੁਨੀਆਂ। ਸਵਰ ਅਤੇ ਵਿਅੰਜਨ ਕਿਸ ਕਿਸਮ ਦੀਆਂ ਧੁਨੀਆਂ ਹਨ? ਖੰਡੀ ਧੁਨੀਆਂ। ਅਗਲਾ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਅਗਲੇ ਸਵਰ ਕਿਹੜੇ ਹਨ? ਇਸ ਦਾ ਸਹੀ ਉੱਤਰ ਹੈ ਆਪਸ਼ਨ ਸੀ, ਈ, ਏ, ਐ। ਇਹਨਾਂ ਨੂੰ ਅਗਲੇ ਸਵਰ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਹੈ, ਹੇਠ ਲਿਖਿਆਂ ਵਿੱਚੋਂ ਪਿਛਲੇ ਸਵਰ ਕਿਹੜੇ ਹਨ? ਇਸ ਦਾ ਸਹੀ ਉੱਤਰ ਹੈ ਆਪਸ਼ਨ ਬੀ, ਊੜੇ ਨੂੰ ਦੁਲੈਂਕੜ, ਊੜੇ ਨੂੰ ਹੋੜਾ ਅਤੇ ਆੜੇ ਨੂੰ ਘਨੋੜਾ। ਇਹਨਾਂ ਨੂੰ ਪਿਛਲੇ ਸਵਰ ਕਿਹਾ ਜਾਂਦਾ ਹੈ। ਊ, ਓ, ਔ। ਅਗਲਾ ਪ੍ਰਸ਼ਨ, ਏ, ਊ, ਅ ਅਤੇ ਆ ਕਿਹੜੇ ਸਵਰ ਹਨ? ਆਪਸ਼ਨਸ ਹਨ ਉੱਚੇ ਸਵਰ, ਅਗਲੇ ਸਵਰ, ਨੀਵੇਂ ਸਵਰ, ਵਿਚਕਾਰਲੇ ਸਵਰ। ਇਸ ਦਾ ਸਹੀ ਉੱਤਰ ਹੈ ਆਪਸ਼ਨ ਡੀ, ਵਿਚਕਾਰਲੇ ਸਵਰ। ਇਹਨਾਂ ਨੂੰ ਮੱਧਵਰਤੀ ਸਵਰ ਵੀ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ, ਉਚਾਰਨ ਸਥਾਨ ਦੇ ਆਧਾਰ 'ਤੇ ਸਵਰ ਕਿੰਨੀ ਕਿਸਮ ਦੇ ਹਨ? 3, 4, 2, 5। ਇਸ ਦਾ ਸਹੀ ਉੱਤਰ ਹੈ ਆਪਸ਼ਨ ਏ, 3। ਉਚਾਰਨ ਸਥਾਨ ਦੇ ਆਧਾਰ 'ਤੇ ਸਵਰ 3 ਕਿਸਮ ਦੇ ਹੁੰਦੇ ਹਨ, ਅਗਲੇ ਸਵਰ, ਪਿਛਲੇ ਸਵਰ ਅਤੇ ਵਿਚਕਾਰਲੇ ਸਵਰ। ਅਗਲਾ ਪ੍ਰਸ਼ਨ, ਉਚਾਰਨ ਵਿਧੀ ਜਾਂ ਢੰਗ ਦੇ ਆਧਾਰ 'ਤੇ ਸਵਰ ਕਿੰਨੀ ਕਿਸਮ ਦੇ ਹੁੰਦੇ ਹਨ? ਆਪਸ਼ਨਸ ਹਨ 3, 2, 4, ਉਪਰੋਕਤ ਵਿੱਚੋਂ ਕੋਈ ਨਹੀਂ। ਇਸ ਦਾ ਸਹੀ ਉੱਤਰ ਹੈ ਆਪਸ਼ਨ ਸੀ, 4। ਉਚਾਰਨ ਵਿਧੀ ਜਾਂ ਢੰਗ ਦੇ ਆਧਾਰ 'ਤੇ ਸਵਰ 4 ਕਿਸਮ ਦੇ ਹੁੰਦੇ ਹਨ। ਉਹ ਹਨ ਉੱਚੇ ਸਵਰ, ਅੱਧ ਉੱਚੇ ਸਵਰ, ਨੀਵੇਂ ਸਵਰ ਅਤੇ ਅੱਧ ਨੀਵੇਂ ਸਵਰ। ਅਗਲਾ ਪ੍ਰਸ਼ਨ, ਉਚਾਰਨ ਢੰਗ ਦੇ ਆਧਾਰ 'ਤੇ ਉੱਚੇ ਸਵਰ ਕਿਹੜੇ ਹਨ? ਇਸ ਦਾ ਸਹੀ ਉੱਤਰ ਹੈ ਆਪਸ਼ਨ ਡੀ,
ਈ ਊ। ਉਚਾਰਨ ਢੰਗ ਦੇ ਆਧਾਰ 'ਤੇ ਇਹਨਾਂ ਨੂੰ ਉੱਚੇ ਸਵਰ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ, ਉੱਚੇ ਸਵਰ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਨੀਵੇਂ ਸਵਰ, ਬੰਦ ਸਵਰ, ਅੱਧ ਉੱਚੇ ਸਵਰ, ਉਪਰੋਕਤ ਸਾਰੇ। ਇਸ ਦਾ ਸਹੀ ਉੱਤਰ ਹੈ ਆਪਸ਼ਨ ਬੀ, ਬੰਦ ਸਵਰ। ਉੱਚੇ ਸਵਰ ਨੂੰ ਬੰਦ ਸਵਰ ਜਾਂ ਫਿਰ ਮੀਟਵੇਂ ਸਵਰ ਵੀ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ, ਐ, ਆ, ਓ ਕਿਸ ਕਿਸਮ ਦੇ ਸਵਰ ਹਨ? ਨੀਵੇਂ, ਅੱਧ ਉੱਚੇ, ਅੱਧ ਨੀਵੇਂ, ਉੱਚੇ। ਇਸ ਦਾ ਸਹੀ ਉੱਤਰ ਹੈ ਆਪਸ਼ਨ ਏ, ਨੀਵੇਂ। ਇਸ ਤਰ੍ਹਾਂ ਦੇ ਸਵਰ ਨੂੰ ਨੀਵੇਂ ਸਵਰ ਕਿਹਾ ਜਾਂਦਾ ਹੈ। ਜਦੋਂ ਆੜੇ ਨੂੰ ਦਲੈਵਾਂ, ਆੜੇ ਨੂੰ ਕੰਨਾ ਜਾਂ ਆੜੇ ਨੂੰ ਘਨੌੜਾ ਲੱਗਦਾ ਹੈ ਤਾਂ ਇਹ ਨੀਵੇਂ ਸਵਰ ਬਣਦੇ ਹਨ। ਅਗਲਾ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਅੱਧ ਨੀਵੇਂ ਸਵਰ ਕਿਹੜੇ ਹਨ? ਇਸ ਦਾ ਸਹੀ ਉੱਤਰ ਹੈ ਆਪਸ਼ਨ ਡੀ, ਏ, ਅ, ਓ। ਇਹਨਾਂ ਨੂੰ ਅੱਧ ਨੀਵੇਂ ਸਵਰ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ, ਊ, ਏ ਕਿਸ ਕਿਸਮ ਦੇ ਸਵਰ ਹਨ? ਅੱਧ ਨੀਵੇਂ, ਉੱਚੇ, ਅੱਧ ਉੱਚੇ, ਉਪਰੋਕਤ ਵਿੱਚੋਂ ਕੋਈ ਨਹੀਂ। ਇਸ ਦਾ ਸਹੀ ਉੱਤਰ ਹੈ ਆਪਸ਼ਨ ਸੀ, ਅੱਧ ਉੱਚੇ। ਊ, ਏ ਅੱਧ ਉੱਚੇ ਸਵਰ ਹਨ। ਖੁੱਲ੍ਹੇ ਸਵਰ ਕਿਸ ਨੂੰ ਕਿਹਾ ਜਾਂਦਾ ਹੈ? ਆਪਸ਼ਨਸ ਹਨ ਨੀਵੇਂ ਸਵਰ, ਉੱਚੇ ਸਵਰ, ਬੰਦ ਸਵਰ, ਉਪਰੋਕਤ ਸਾਰੇ। ਇਸ ਦਾ ਸਹੀ ਉੱਤਰ ਹੈ ਆਪਸ਼ਨ ਏ, ਨੀਵੇਂ ਸਵਰ। ਖੁੱਲ੍ਹੇ ਸਵਰ ਨੂੰ ਨੀਵੇਂ ਸਵਰ ਵੀ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ, ਸਵਰ ਊੜਾ ਨਾਲ ਕਿੰਨੀਆਂ ਲਗਾਂ ਲੱਗਦੀਆਂ ਹਨ? ਆਪਸ਼ਨਸ ਹਨ 8, 4, 2, 3। ਇਸ ਦਾ ਸਹੀ ਉੱਤਰ ਹੈ ਆਪਸ਼ਨ ਡੀ, 3। ਸਵਰ ਊੜਾ ਨਾਲ 3 ਲਗਾਂ ਲੱਗਦੀਆਂ ਹਨ। ਉਹ ਕਿਹੜੀਆਂ ਹਨ? ਔਂਕੜ, ਦੁਲੈਂਕੜ ਅਤੇ ਹੋੜਾ। ਅਗਲਾ ਪ੍ਰਸ਼ਨ ਹੈ, ਮੁਕਤਾ ਆੜਾ ਸਵਰ ਨਾਲ ਕਿੰਨੀਆਂ ਲਗਾਂ ਜਾਂ ਮਾਤਰਾਵਾਂ ਲੱਗਦੀਆਂ ਹਨ? 2, 3, 4, 1। ਇਸ ਦਾ ਸਹੀ ਉੱਤਰ ਹੈ 4, ਆਪਸ਼ਨ ਸੀ। ਆੜਾ ਸਵਰ ਨਾਲ 4 ਲਗਾਂ ਜਾਂ ਮਾਤਰਾਵਾਂ ਲੱਗਦੀਆਂ ਹਨ। ਉਹ ਕਿਹੜੀਆਂ ਹਨ? ਦਲਾਵਾਂ, ਕੰਨਾ, ਘਨੌੜਾ ਅਤੇ ਮੁਕਤਾ। ਅਗਲਾ, ਈੜੀ ਸਵਰ ਨਾਲ ਕਿੰਨੀਆਂ ਲਗਾਂ ਲੱਗਦੀਆਂ ਹਨ? ਆਪਸ਼ਨਸ ਹਨ 4, 3, 2, 6। ਇਸ ਦਾ ਸਹੀ ਉੱਤਰ ਹੈ ਆਪਸ਼ਨ ਬੀ, 3। ਵਿਹਾਰੀ, ਲਾਵਾਂ ਅਤੇ ਸਿਆਰੀ। ਇਸ ਤੋਂ ਅਗਲਾ ਪ੍ਰਸ਼ਨ, ਗੁਲਾਈਦਾਰ ਸਵਰ ਕਿਹੜੇ ਹਨ? ਇਸ ਦਾ ਸਹੀ ਉੱਤਰ ਹੈ ਆਪਸ਼ਨ ਏ, ਜਦੋਂ ਊੜੇ ਨੂੰ ਦੁਲੈਂਕੜ, ਔਂਕੜ, ਹੋੜਾ ਅਤੇ ਆੜੇ ਨੂੰ ਘਨੌੜਾ, ਇਹ ਜਿਹੜੇ ਹੈਗੇ ਨੇ ਗੁਲਾਈਦਾਰ ਸਵਰ ਬਣਦੇ ਹਨ। ਇਹਨਾਂ ਦੀ ਗਿਣਤੀ ਕਿੰਨੀ ਹੈ? ਕੁੱਲ 4 ਹੈ। ਅਗਲਾ ਪ੍ਰਸ਼ਨ, ਗੁਲਾਈ ਰਹਿਤ ਸਵਰ ਕਿਹੜੇ ਹਨ? ਇਸ ਦਾ ਸਹੀ ਉੱਤਰ ਹੈ ਆਪਸ਼ਨ ਡੀ, ਈੜੀ ਨੂੰ ਸਿਆਰੀ, ਵਿਹਾਰੀ, ਲਾਵਾਂ ਅਤੇ ਆੜੇ ਨੂੰ ਦਲਾਵਾਂ। ਕੁੱਲ 6 ਹਨ। ਇਸ ਤੋਂ ਇਲਾਵਾ 2 ਹੋਰ ਹਨ, ਮੁਕਤਾ ਅਤੇ ਆੜੇ ਨੂੰ ਕੰਨਾ। ਅਗਲਾ ਪ੍ਰਸ਼ਨ, ਉਚਾਰਨ ਸਥਾਨ ਦੇ ਆਧਾਰ 'ਤੇ ਧੁਨੀਆਂ ਕਿੰਨੀ ਕਿਸਮ ਦੀਆਂ ਹੁੰਦੀਆਂ ਹਨ? ਇਸ ਦਾ ਸਹੀ ਉੱਤਰ ਹੈ ਆਪਸ਼ਨ ਸੀ, 7। ਉਚਾਰਨ ਸਥਾਨ ਦੇ ਆਧਾਰ 'ਤੇ ਧੁਨੀਆਂ 7 ਕਿਸਮ ਦੀਆਂ ਹੁੰਦੀਆਂ ਹਨ। ਉਹ ਕਿਹੜੀਆਂ ਹਨ? ਕੰਠੀ ਧੁਨੀਆਂ, ਤਾਲਵੀ ਧੁਨੀਆਂ, ਦੰਤੀ ਧੁਨੀਆਂ, ਹੋਠੀ ਧੁਨੀਆਂ, ਉਲਟ ਜੀਭੀ ਧੁਨੀਆਂ, ਸੁਰਯੰਤਰੀ ਜਾਂ ਕੰਢੀ ਧੁਨੀਆਂ। ਅਗਲਾ ਪ੍ਰਸ਼ਨ, ਉਚਾਰਨ ਢੰਗ ਦੇ ਆਧਾਰ 'ਤੇ ਵਿਅੰਜਨ ਕਿੰਨੀ ਕਿਸਮ ਦੇ ਹੁੰਦੇ ਹਨ? ਆਪਸ਼ਨਸ ਹਨ 3, 2, 7, 4। ਇਸ ਦਾ ਸਹੀ ਉੱਤਰ ਹੈ ਆਪਸ਼ਨ ਬੀ, 2। ਉਚਾਰਨ ਢੰਗ ਦੇ ਆਧਾਰ 'ਤੇ ਵਿਅੰਜਨ 2 ਕਿਸਮ ਦੇ ਹੁੰਦੇ ਹਨ, ਡੱਕਵੇਂ ਵਿਅੰਜਨ ਅਤੇ ਅਡੱਕਵੇਂ ਵਿਅੰਜਨ। ਅਗਲਾ ਪ੍ਰਸ਼ਨ, ਪਾਸੇਦਾਰ ਵਿਅੰਜਨਾਂ ਦੀ ਗਿਣਤੀ ਕਿੰਨੀ ਹੈ?
ਇਹਦਾ ਸਹੀ ਉੱਤਰ ਹੈ ਇਹ ਦੋ ਹਨ, ਲੱਲਾ ਅਤੇ ਲੱਲੇ ਪੈਰ ਬਿੰਦੀ। ਆਪਸ਼ਨ ਏ। ਅਗਲਾ ਪ੍ਰਸ਼ਨ, ਬੋਲਣ ਸਮੇਂ ਹਵਾ ਜੀਭ ਦੀਆਂ ਸਾਈਡਾਂ ਵਿੱਚੋਂ ਬਾਹਰ ਨਿਕਲਦੀ ਹੈ। ਜਦੋਂ ਅਸੀਂ ਪਾਸੇਦਾਰ ਵਿਅੰਜਨਾਂ ਨੂੰ ਉਚਾਰਦੇ ਹਾਂ ਤਾਂ ਬੋਲਣ ਸਮੇਂ ਹਵਾ ਜੀਭ ਦੀਆਂ ਸਾਈਡਾਂ ਤੋਂ ਬਾਹਰ ਨਿਕਲਦੀ ਹੈ। ਅਗਲਾ ਪ੍ਰਸ਼ਨ 57, ਅਡੱਖਵੇਂ ਵਿਅੰਜਨ ਦੀਆਂ ਕਿੰਨੀਆਂ ਕਿਸਮਾਂ ਹਨ? ਆਪਸ਼ਨਸ ਹਨ 5, 4, 3, 6। ਇਹਦਾ ਸਹੀ ਉੱਤਰ ਹੈ ਆਪਸ਼ਨ ਡੀ 6। ਅਡੱਖਵੇਂ ਵਿਅੰਜਨ 6 ਕਿਸਮ ਦੇ ਹੁੰਦੇ ਹਨ। ਉਹ ਹਨ ਨਾਸਿਕੀ, ਪਾਸੇਦਾਰ, ਫਟਕਵੇਂ, ਕੰਬਵੇਂ, ਅੱਧ ਸਵਰ ਜਾਂ ਸਰਕਵੇਂ, ਸੰਘਰਸ਼ੀ ਜਾਂ ਖੈਵੇਂ। ਅਗਲਾ ਪ੍ਰਸ਼ਨ, ਸੁਰ ਕਿੰਨੀ ਕਿਸਮ ਦੀ ਹੁੰਦੀ ਹੈ? ਆਪਸ਼ਨਸ ਹਨ 2, 4, 3, 5। ਇਸਦਾ ਸਹੀ ਉੱਤਰ ਹੈ ਆਪਸ਼ਨ ਸੀ 3। ਸੁਰ 3 ਪ੍ਰਕਾਰ ਦੀ ਹੁੰਦੀ ਹੈ, ਉੱਚੀ ਸੁਰ, ਨੀਵੀਂ ਸੁਰ ਅਤੇ ਮੱਧਵਰਤੀ ਸੁਰ। ਅਗਲਾ ਪ੍ਰਸ਼ਨ, ਮੱਧਵਰਤੀ ਸਵਰ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਆਪਸ਼ਨਸ ਹਨ ਨੀਵੀਂ, ਮੰਝਲੀ, ਉੱਚੀ, ਉਪਰੋਕਤ ਸਾਰੇ। ਇਸਦਾ ਸਹੀ ਉੱਤਰ ਹੈ ਮੰਝਲੀ। ਆਪਸ਼ਨ ਬੀ। ਮੱਧਵਰਤੀ ਸੁਰ ਨੂੰ ਮੰਝਲੀ ਸੁਰ ਵੀ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ, ਨਾਸਿਕਤਾ ਵਿੱਚ ਕਿਹੜੇ ਚਿੰਨ੍ਹ ਆਉਂਦੇ ਹਨ? ਆਪਸ਼ਨਸ ਹਨ ਟਿੱਪੀ, ਬਿੰਦੀ, ਅਦਕ, ਲਗਾਂ ਜਾਂ ਮਾਤਰਾਵਾਂ, ਦੁੱਤ ਅੱਖਰ, ਉਪਰੋਕਤ ਸਾਰੇ। ਇਸਦਾ ਸਹੀ ਉੱਤਰ ਹੈ ਆਪਸ਼ਨ ਏ ਟਿੱਪੀ, ਬਿੰਦੀ, ਅਦਕ। ਨਾਸਿਕਤਾ ਵਿੱਚ ਇਹ ਚਿੰਨ੍ਹ ਆਉਂਦੇ ਹਨ ਟਿੱਪੀ, ਬਿੰਦੀ, ਅਦਕ। ਇਸ ਦੇ ਨਾਲ ਹੀ ਇਹ ਵੀਡੀਓ ਸਮਾਪਤ ਹੁੰਦੀ ਹੈ। ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਅਗਲਾ ਟੌਪਿਕ ਲੈ ਕੇ ਜਲਦੀ ਹਾਜ਼ਰ ਹੋਵਾਂਗਾ। ਥੈਂਕ ਯੂ।